ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ। ਅੱਜ ਫਿਰ ਅਸੀਂ ਸਤੰਬਰ 2020 ਦੇ ਲਈ ਪ੍ਰਭੂ ਦੇ ਬੜੇ ਸ਼ੁਕਰਗੁਜ਼ਾਰ ਹਾਂ ਔਰ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਅਜੀ ਜੋ ਕੱਲ੍ਹ ਅਸੀਂ मूसा का जन्म पाठ मान जाने कि पहला हिस्सा सुन रहे सी। अज फिर दूसरा हिस्सा है जिसनों शुरू करन लग्या हाँ और दसना चाहता हाँ कि कूच 3 दी पहलियां 3 आयतां पढ़नियां चाहता हाँ। लिखा है, मूसा अपने सौहरे जित्रो मध्यानी पुजारी दे इज्जड़ नूं चारदा सी। उसने इज्जड़ नूं उजाड़ दे पिछले वल हक दिता अते वो हुरेब दे पहाड़ दे कोल आया तां यहोवा दे दूत ने कचाड़ी विच अग दी लाट विच उसनूं दर्शन दिता। तां उसने डिठा तां वेखो वो झाड़ी अग विच बल रही सी पर पसम नहीं सी हुंदी। तां मूसा ने आख्या, मैं एक पासे दी हो के जावांगा और इस वड्डे नज़ारे नूं वेखांगा जेड़ा वेखांगा क्यों जो ये झाड़ी नहीं सड़दी। मेरे अजीजो, जदों ये अध्याय लिखा जा रहा है जाने के तीसरा अध्याय कूच तीसरा अध्याय, और मैं दसना चाहता हाँ कि मूसा की उम्र 80 साल हो चुकी हुई है। मूसा की उम्र कूच तीसरे अध्याय विच 80 साल की हो चुकी हुई है और कूच दूसरे ते पहले अध्याय के अंदर असी देखते हैं कि दूसरे अध्याय के अंदर 80 साल जेड़े ने वो लिखे गए। फिर असी देखते हैं कि जब मूसा 80 साल का हो गया और उन्होंने परमेश्वर ने शुरू किया कादे लई, उस सेवा लई जिहड़ी मूसा दे वास्ते खुदा ने रखी हुई सी। मेरे अजीजो, मैं दस चुकिया हाँ कि मूसा एक छुटकारा देन वाला सी और इस दूसरे टॉपिक विच मैं अपने खुदाबंद यीशु मसीह नूं भी थोड़ा जिहा लैके आउणा चाहुंदा हाँ, क्योंकि साडा खुदाबंद यीशु मसीह भी छुटकारा देन वाला है। तो आओ असी इन्हां दोनों छुटकारे देन वाले नूं वेखांगे और मैं मत्ती दी अंजील और उसका तीसरा अध्याय तुहाडे सामने दूसरा अध्याय पढ़ना चाहता हाँ। तो लिखा है कि जां यीशु हेरोदीस के दिनी यहूदिया दे बैतलहम विच जम्मिया तां वेखो ज्योतिषियां ने चढ़दे पासियों यरूशलेम विच आण के कहा, जेड़ा यहूदियां दा पातशाह जम्मिया है वो कित्थे है, जो असां चढ़दे पासे ओदा तारा डिठा अते उन्हूं मत्था टेकण वास्ते आए हाँ। और तीसरी आयत कहती है, ये गल सुन के राजा हेरोदीस
सारे यरूशलेम सने घबराया। और चौथी आयत कहती है, ਅਤੇ ਉਸਨੇ ਸਾਰੇ ਪ੍ਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਪੁੱਛਿਆ, ਜੋ ਮਸੀਹ ਕਿੱਥੇ ਜੰਮੇਗਾ। ਪੰਜਵੀਂ ਆਇਤ, ਉਹਨੇ ਉਸ ਨੂੰ ਕਿਹਾ, ਯਹੂਦੀਆ ਦੇ ਬੈਤਲਹਮ ਵਿੱਚ, ਕਿਉਂ ਜੋ ਨਬੀ ਦੇ ਰਾਹੀਂ ਇਉਂ ਆਖਿਆ ਗਿਆ ਹੈ। ਤੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਲਿਖਿਆ ਹੈ 10ਵੀਂ ਆਇਤ ਦੇ ਅੰਦਰ, 10ਵੀਂ ਆਇਤ ਕਹਿੰਦੀ ਹੈ, ਅਤੇ ਉਹਨੇ ਘਰ ਵਿੱਚ ਜਾ ਕੇ ਬਾਲਕ ਨੂੰ ਅਤੇ ਉਹਦੀ ਮਾਤਾ ਨੂੰ ਮੱਥਾ ਟੇਕਿਆ। ਪਰ ਦਰਸ਼ਨ ਵਿੱਚ ਉਹ ਦੂਤ ਦੇ ਕੋਲੋਂ ਉਸਨੇ ਕਿਹਾ, ਦੂਤ ਨੇ, ਕਿਸੇ ਹੋਰ ਪਾਸੇ ਨੂੰ ਨਿਕਲ ਜਾਇਓ, ਪਰ ਯਰੂਸ਼ਲਮ ਦੇ ਵਿੱਚੋਂ ਦੀ ਨਾ ਜਾਇਓ, ਕਿਉਂਕਿ ਉਸ ਨੂੰ ਮਾਰਨ ਦੇ ਲਈ ਤਿਆਰ ਹੈ। ਤੋ ਵਚਨ ਕਹਿੰਦਾ ਹੈ, ਜਾਂ ਉਹ ਤੁਰ ਗਏ ਸਨ, ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਯੂਸੁਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ, ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਨੂੰ ਜਾ, ਭੱਜ ਜਾ, ਤੇ ਜਦ ਤੀਕਰ ਮੈਂ ਤੈਨੂੰ ਹੁਕਮ ਨਾ ਦੇਵਾਂ ਉੱਥੇ ਰਹੋ, ਕਿਉਂ ਜੋ ਹੈਰੋਦੀਸ ਉਹਦੇ ਨਾਸ਼ ਕਰਨ ਦੇ ਲਈ ਉਹਨੇ ਮਨ ਬਣਾਇਆ ਹੈ। ਜਿੱਥੇ ਮੂਸਾ ਦੇ ਦਿਨਾਂ 'ਚ ਬੱਚੇ ਮਾਰੇ ਜਾ ਰਹੇ ਸੀ, ਜਦੋਂ ਮੂਸਾ ਦਾ ਜਨਮ ਹੋਇਆ, ਉੱਥੇ ਹੀ ਯਿਸੂ ਮਸੀਹ ਦੇ ਜਨਮ ਦੇ ਉੱਤੇ ਵੀ ਬੱਚੇ ਮਾਰੇ ਗਏ, ਕਿਉਂਕਿ ਮੂਸਾ ਵੀ ਛੁਟਕਾਰਾ ਦੇਣ ਵਾਲਾ ਹੈ ਅਤੇ ਸਾਡਾ ਖੁਦਾਵੰਦ ਯਿਸੂ ਮਸੀਹ ਵੀ ਛੁਟਕਾਰਾ ਦੇਣ ਵਾਲਾ ਹੈ। ਮੂਸਾ ਸਿਰਫ ਇਸਰਾਈਲ ਨੂੰ ਮਿਸਰ ਵਿੱਚੋਂ ਕਨਾਨ ਦੀ ਧਰਤੀ ਨੂੰ ਲਿਆਉਣ ਦੇ ਲਈ ਛੁਟਕਾਰਾ ਦੇਣ ਵਾਲਾ, ਪਰ ਯਾਦ ਰੱਖੋ, ਸਾਡਾ ਖੁਦਾਵੰਦ ਯਿਸੂ ਮਸੀਹ ਸਾਡੇ ਪਾਪਾਂ, ਗੁਨਾਹਾਂ, ਬਦੀਆਂ, ਬੁਰਾਈਆਂ ਤੋਂ ਸਾਨੂੰ ਛੁਟਕਾਰਾ ਦੇਣ ਦੇ ਲਈ ਇਸ ਜਗਤ ਵਿੱਚ ਆਇਆ ਹੈ। ਔਰ ਮਜੂਸੀਆਂ ਨੇ ਉਸ ਦਾ ਤਾਰਾ ਚੜ੍ਹਦੇ ਪਾਸੇ ਵੇਖਿਆ ਹੈ ਔਰ ਉਸ ਨੂੰ ਸਜਦਾ ਕਰਨ ਵਾਸਤੇ ਆਏ ਹਨ। ਪ੍ਰਭੂ ਬਹੁਤ ਵੱਡੀ ਕਿਰਪਾ ਦੇਵੇ। ਅਸੀਂ ਜਦੋਂ ਵੇਖਦੇ ਹਾਂ ਕਿ ਇਹ ਤਾਰਾ ਜਿਹੜਾ ਹੈ, ਇਸ ਨੇ ਕਿਉਂ ਚੜ੍ਹਨਾ ਸੀ, ਕਿੰਨਾਂ ਨੂੰ ਵਿਖਾਈ ਦਿੱਤਾ ਗਿਆ। ਇਹ ਤਾਰਾ ਸੱਚ ਪਹਿਲਾਂ ਬਲਿਆਮ ਨੂੰ ਵਿਖਾਈ ਦਿੱਤਾ ਗਿਆ। ਮੈਂ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ ਗਿਣਤੀ ਦੀ ਕਿਤਾਬ। ਜੇ ਤੁਸੀਂ ਸੁਣ ਰਹੇ ਹੋ ਤੇ ਮੈਂ ਗਿਣਤੀ ਦੀ ਕਿਤਾਬ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਹਾਂ। ਔਰ ਗਿਣਤੀ ਦੀ ਕਿਤਾਬ ਜਿਹੜੀ ਹੈ ਉਸ ਦਾ 24 ਅਧਿਆਏ ਹੈ ਔਰ ਉਸ ਦੀ 17 ਆਇਤ ਹੈ। ਲਿਖਿਆ, ਮੈਂ ਉਹਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਆਸ਼ਾ ਉੱਠੇਗਾ। ਉਹ ਮੁਆਬ ਦੇ ਮੱਥਿਆਂ ਨੂੰ ਵਿੰਨੇਗਾ ਅਤੇ ਸਾਰੇ ਪਸਾਦੀਆਂ ਨੂੰ ਉਧੇੜੇਗਾ, ਅਦੂਮ ਉਧੇੜੇਗਾ। ਪ੍ਰਭੂ ਬਹੁਤ, ਇਹ ਬਲਿਆਮ ਹੈ ਜਿਸ ਨੇ ਅਗੰਮ ਵਾਕ ਕੀਤਾ ਕਿ ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ।
ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਉਸ ਤਾਰੇ ਨੂੰ ਉਡੀਕਦਿਆਂ ਹੋਇਆਂ ਬਹੁਤ ਦੇਰ ਲੱਗ ਚੁੱਕੀ ਹੋਈ ਸੀ। ਇਸੇ ਕਰਕੇ ਬਿਲਿਆਮ ਕਹਿੰਦਾ ਨੇੜਿਓਂ ਨਹੀਂ, ਯਾਕੂਬ ਤੋਂ ਇੱਕ ਤਾਰਾ ਚੜੇਗਾ, ਪਰ ਮੈਂ ਹੁਣ ਉਹਨੂੰ ਨਹੀਂ ਨੇੜਿਓਂ ਨਹੀਂ। ਲਿਖਿਆ ਹੈ, ਮੈਂ ਵੇਖਦਾ ਹਾਂ ਕਿ ਪਰ ਹੁਣ ਨਹੀਂ, ਮੈਂ ਉਹਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜੇਗਾ। ਉਹ ਕਹਿੰਦਾ ਹੁਣ ਨਹੀਂ, ਨੇੜਿਓਂ ਨਹੀਂ, ਜਾਣੇ ਕਿ ਬੜਾ ਲੰਬਾ ਸਫ਼ਰ ਹੈ, ਬੜਾ ਲੰਮਾ ਸਮਾਂ ਲੱਗਣਾ ਹੈ। ਮੂਸਾ ਤੋਂ ਲੈ ਕੇ ਯਿਸੂ ਮਸੀਹ ਤੱਕ ਇੱਕ ਬੜਾ ਲੰਬਾ ਸਮਾਂ ਹੈ। ਜੇ ਤੁਸੀਂ ਵੇਖੋ ਤੇ ਇਹ ਕੋਈ 1400 ਸਾਲ ਦਾ ਫਰਕ ਹੈ। ਲੇਕਿਨ ਮੂਸਾ ਵੀ ਇੱਕ ਛੁਟਕਾਰਾ ਦੇਣ ਵਾਲਾ ਹੈ। ਹੱਥ ਉਠਾ ਕੇ ਕਹਿਣਾ ਯਿਸੂ ਮਸੀਹ ਵੀ ਇੱਕ ਛੁਟਕਾਰਾ ਦੇਣ ਵਾਲਾ ਹੈ। ਔਰ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਧਰਤੀ ਦੇ ਉੱਤੇ ਆਉਣ ਲਈ ਜਿਹੜਾ ਡਿਸਟੈਂਸ ਹੈ ਉਹ ਕਰੀਬ 1400 ਸਾਲ ਦਾ ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਹੁਣ ਮੈਂ ਤੁਹਾਨੂੰ ਯਿਸੂ ਮਸੀਹ ਦੇ ਬਾਰੇ ਇਸ ਕਰਕੇ ਦੱਸਿਆ ਕਿ ਜਦੋਂ ਮੂਸਾ ਨੇ ਧਰਤੀ ਦੇ ਉੱਤੇ ਆਉਣਾ ਸੀ ਜਨਮ ਵਿੱਚ, ਉਦੋਂ ਵੀ ਛੋਟੇ ਬੱਚਿਆਂ ਨੂੰ ਮਾਰਨ ਦਾ ਰਾਜੇ ਨੇ ਹੁਕਮ ਦਿੱਤਾ ਸੀ, ਫਿਰਾਊਨ ਨੇ। ਪਰ ਜਦੋਂ ਯਿਸੂ ਮਸੀਹ ਨੇ ਧਰਤੀ ਦੇ ਉੱਤੇ ਆਉਣਾ ਸੀ ਜਾਂ ਆ ਚੁੱਕਿਆ ਸੀ, ਉਦੋਂ ਹੈਰੋਦੀਸ ਜਿਹੜਾ ਯਹੂਦੀ ਕੌਮ ਦਾ ਰਾਜਾ ਹੈ, ਉਸ ਨੇ ਹੁਕਮ ਦਿੱਤਾ ਭਈ 2 ਸਾਲ ਤੋਂ ਲੈ ਕੇ ਥੱਲੇ ਦੇ ਜਿੰਨੇ ਬੱਚੇ ਨੇ ਉਹਨਾਂ ਨੂੰ ਕਤਲ ਕਰ ਦਿਓ। ਕਿਉਂ? ਇਸ ਲਈ ਕਿ ਉਹ ਯਹੂਦੀਆਂ ਦੇ ਕਿਸੇ ਦੂਸਰੇ ਪਾਤਸ਼ਾਹ ਨੂੰ ਸਹਿਣ ਨਹੀਂ ਸੀ ਕਰ ਸਕਦਾ। ਪਰ ਇਹ ਤੇ ਅਨਾਦ ਤੋਂ ਇਹਦਾ ਨਿਕਲਣਾ ਹੈ। ਔਰ ਹੈਰੋਦੀਸ ਕੌਣ ਹੈ ਜਿਹੜਾ ਇਸ ਨੂੰ ਰੋਕ ਸਕਦਾ ਸੀ? ਔਰ ਫਿਰੌਨ ਕੌਣ ਹੈ ਜਿਹੜਾ ਮੂਸਾ ਨੂੰ ਮਾਰ ਸਕਦਾ ਸੀ? ਅਸਾਂ ਦੋਵਾਂ ਦੀ ਸਥਿਤੀ ਨੂੰ ਦੇਖਿਆ ਹੈ। ਪਰ ਕਿਉਂਕਿ ਅੱਜ ਟੌਪਿਕ ਜਿਹੜਾ ਹੈ ਉਹ ਸਿਰਫ ਮੂਸਾ ਲਈ ਹੈ, ਭਈ ਉਹ ਉਦੋਂ ਸੇਵਾ ਲਈ ਸੱਦਿਆ ਗਿਆ ਜਦੋਂ ਦੀ ਉਮਰ 80 ਸਾਲ ਤੱਕ ਹੋ ਚੁੱਕੀ ਹੈ। ਇਹ 40 ਸਾਲ ਕਿਉਂ ਭੇਡਾਂ ਚਾਰ ਰਹੀਆਂ ਪਈਆਂ? ਤਾਂ ਜੋ ਉਹ ਜਿਹੜਾ ਗਿਆਨ ਉਹਨੇ ਸਿੱਖਿਆ ਸੀ ਬੰਦੇ ਮਾਰਨ ਵਾਲਾ, ਉਹਦੇ ਜੇਨ ਵਿੱਚੋਂ ਨਿਕਲ ਜਾਵੇ। ਔਰ ਇਹ ਨਿਕਲ ਜਾਵੇ ਵੀ ਮੈਂ ਫਿਰੌਨ ਦੇ ਘਰ ਵਿੱਚ ਪਲਿਆ ਹਾਂ। ਇਹ ਸਾਰੀਆਂ ਗੱਲਾਂ ਉਹਦੇ ਜੇਨ ਵਿੱਚੋਂ ਨਿਕਲ ਜਾਣ। ਇਹਨਾਂ ਨੂੰ ਨਿਕਲਣ ਦੇ ਲਈ ਕਿੰਨਾ ਸਮਾਂ ਹੈ? 40 ਸਾਲ। ਭੇਡਾਂ ਔਰ ਬੱਕਰੀਆਂ ਕਿੱਥੇ ਚਾਰੀਆਂ ਨੇ? ਹੋਰੇਬ ਅਤੇ ਸੀਨਾ ਦੇ ਪਹਾੜ ਦੇ ਸਾਹਮਣੇ, ਜਿਹੜੀ ਬਹੁਤ ਵੱਡੀ ਗਰਾਊਂਡ ਹੈ। ਮੈਂ ਕਹਿ ਸਕਦਾ ਮੈਂ ਅੱਖਾਂ ਨਾਲ ਉਹ ਗਰਾਊਂਡ ਦੇਖੀ ਹੈ। ਲੱਖਾਂ ਲੋਕ ਉੱਥੇ ਬਹਿ ਸਕਦੇ ਨੇ। ਔਰ ਉਹ ਵੱਡੀ ਗਰਾਊਂਡ ਦੇ ਵਿੱਚੋਂ ਦੀ ਜਦ ਸਾਡੀ ਬੱਸ ਖਲੋਤੀ ਔਰ ਮਿਸਰੀ ਡਰਾਈਵਰ ਛੋਟੀਆਂ ਛੋਟੀਆਂ ਗੱਡੀਆਂ ਲੈ ਕੇ ਆ ਰਹੇ ਸਨ ਔਰ ਉਹ ਕਹਿ ਰਹੇ ਸਨ $1 $1 ਲੱਗੇਗਾ ਤੁਹਾਨੂੰ ਸੀਨਾ ਪਹਾੜ ਹੋਰੇ ਪਹਾੜ ਤੇ ਖੜਨ ਦੇ ਲਈ, ਉਹਨਾਂ ਦੇ ਸਾਹਮਣੇ ਖੜਨ ਲਈ। ਬਹੁਤ ਵੱਡੀ ਗਰਾਊਂਡ ਜਿਹਦੇ ਵਿੱਚ ਪਹਿਲਾਂ ਤੇ
मूसा भेडां और बकरियां चारदा सी और खुदा ने कहा सी इसे पहाड़ ते जदों तुसी मिस्र विचों निकलोगे ते इसे पहाड़ दे उत्ते तुसी भगती ते बंदगी करोगे। पहाड़ इहो ही होवेगा और इहदे सामने ही तुसी बैठोगे। और असीं देखते हाँ कि मूसा दा बुलावा जिहड़ा है वो तीसरे अध्याय विच ओदा मसा है। प्रभु तुहानूं बहुत वड्डी किरपा देवे। और खुदा और मूसा विच गल्लां शुरू हो गईयां ने और खुदा कहंदा मैं तैनूं मिस्र नूं भेजण वाला हां तां जो तू मेरी प्रजा इस्राएल नूं मिस्र विचों बाहर कढे, उन्हां नूं वादा कीते होए देश विच लैके जावें। पर मूसा कहंदा है मैं कौन हां जिहड़ा उस प्रजा नूं कढ सकदा हां। और फिर खुदा ने कहा कि मैं तैनूं निशान दवांगा, मैं तेरे नाल होवांगा। मैं चौथा अध्याय पढ़न लग्या हाँ तां मूसा ने उत्तर दिता कि वेख ओ मेरी प्रतीत ना करनगे ना मेरी आवाज़ सुनगे। वो आखणगे यहोवा ने तैनूं दर्शन नहीं दिता। तां यहोवा ने उन्होंने आख्या तेरे हाथ विच की है। उसने क्या टांगा, उसने क्या इनू थले सुट दे। और जद उसने इनू थले सुटिया वो सप बन गया। टांगा सुक्का होया जिस टांगे नालों भेडां बकरियां चारदा सी वो टांगा सप बन। और यहोवा परमेश्वर ने क्या इनू फड़ लै। और जद उसने उसनू फड़ लिया ते लिखिया चौथी 4 दी चौथी आयत विच लिखिया है यहोवा ने मूसा नू आख्या अपना हाथ वधा के ओनू पूछों फड़ लै। तां उसने अपना हाथ वधा के उसनू फड़ लिया अते ओदे हाथ विच टांगा बन गया। एक निशान खुदा देंदा है, खुदा निशान देंदा है उस अपने सेवक नू जिन्नू वो घल्लदा है उन्हों निशाना चिन्हां दे नाल घल्लदा है। और लिखा है कि फिर 7वीं आयत पढ़न लग्या हाँ 6वीं आयत उसने होर ये आख्या हुण तू अपना हाथ अपनी हिक उत्ते रख। तां उसने अपना हाथ अपनी हिक उत्ते रखिया जां उन्हें ओ कढ़िया तां वेखो ओ कोड़ नाल बर्फ वर्गा चिट्टा हो गया होया सी। मूसा फिर डरिया और यहोवा परमेश्वर ने आख्या और उसने फिर छाती अपनी नाल हाथ लाया और दोवें हाथ इक्को जे सन। प्रभु निशान देंदा है, ओ निशान देंदा है। ओ निशाना तो बिना किसी नू सेवा लई नहीं घल्लदा। और मैं दसना चाहता हाँ कि जदों ओही यहोवा दे विच आया ते ओदा नाम यीशु रखिया गया। पुराने नेम दा यहोवा हाथ उठा के कहंदा नवे नेम विच यीशु सी। ओही परमेश्वर दे विच आया होया।
और वो हुण फिर अपने चेलियां नूं चिन्ह दे रहा है। इस तो पहला कि वो दुनिया विच जान उन्हां नूं एक चिन्ह देंदा है। मूसा दे वक्त यहोवा चिन्ह देंदा है जदों देह विच नहीं सी। हुण जद नवे नेम दा समा है ते यहोवा देह विच है और वो अपने लोगों नूं एक चिन्ह दे रहा है। और उस चिन्ह नूं मैं तुहाडे सामने पढ़ना चाहुंदा हां और ये रसूलां दे करतब पहला अध्याय है। और जरूर है कि पहला अध्याय तुहाडे सामने पढ़िया जावे और तुहानूं दस्सिया जावे कि चिन्ह तो बिना सेवकाई नहीं है। तो रसूलां दे करतब पहला बाप और उसकी तीसरी आयत पढ़नी चाहता हाँ। लिखा है उसने अपने दुख भोगन दे मगरों आप नूं उन्हां उत्ते बहुते परमाणा नाल जिउंदा प्रगट कीता ते कि ओह 40 दिनां तक उन्हां नूं दर्शन देंदा अते परमेश्वर दे राज दीआं गल्लां करदा रहा। 8वीं आयत पढ़नी चाहता हाँ। लिखा है जां पवित्र आत्मा तुहाडे उत्ते आवेगा तां तुसी शक्ति पाओगे अते यरूशलेम अते सारे यहूदिया अते सामरिया सगों धरती दे बन्नियां तक मेरे गवाह होवोगे। इसराइल नूं मिस्र विच इसराइल नूं कैनान विच लियाउण दे लई चिन्ह चाहीदे सन, पर याद रखो रसूलां नूं सारी दुनिया विच जाण दे लई पवित्र आत्मा दा चिन्ह चाहीदा सी। प्रभु तुहानूं बहुत वड्डी बरकत देवे। जदों असीं इन्हां चीज़ां नूं वेखदे हां सानूं आनंद हुंदा है। हे प्रभु असीं इस जोग नहीं सी, असीं इस जोग नहीं सी कि असीं ये गल्लां कर सकदे, पर ये गल्लां ते तू साडे जन्म तो भी पहलां लिख दित्तियां होईयां ने और अज असीं उन्हां नूं पढ़ के आनंद हुंदे हां। और मैं तुहाडे सामने दस रहा हाँ कि ओ जाने के साडा प्रभु यीशु मसीह अपने चेलियां नूं कहंदा सी जद तक तुसी उपरों शक्ति ना पाओ उन्ना चिर तुसी यरूशलेम तो बाहर ना जाओ। और जां पवित्र आत्मा ते आवेगा फिर तुसी शक्ति पाओगे। फिर तुसी यरूशलेम यहूदिया सामरिया सगों धरती दे बन्नियां तक मेरे गवाह होवोगे। और मैनू जरूर है कि मैं तुहानू वो चिन्ह विखा सकदा, लिखत विखा सकदा। अज असी देखते हैं जिहड़े लोग पवित्र आत्मा पा जाते ने, उपरों शक्ति पा जाते ने, गाड कालिंग बन जाते ने, खुदा दे बुलाए हुए बन जाते ने। और जिहड़े खुदा दे बुलाए हुए बनते ने ओहो ही सारी दुनिया इस प्रभु दे वचन नूं लैके जाते ने। प्रभु तुहानूं बहुत वड्डी बरकत देवे। 9वीं आयत पढ़नी चाहुंदा हां। और जां वो ये गल्लां कह हटिया तां उन्हां दे वेखदिआं वो तां उठाया गया अते बदली ने उसनूं उन्हां दी नज़रों ओले कर दिता अते उस दे जांदिआं होइआं जां आकाश वल वेख रहे सन तां वेखो 2 जाने चिट्टा पहरावा पहने हुए उन्हां दे कोल आ खलोते और वो कह रहे सन हे गलीली पुरखो
ਤੁਸੀਂ ਕੀ ਉਤਾਂ ਵੇਖ ਰਹੇ ਹੋ? ਇਹੀ ਯਿਸੂ ਜਿਹੜਾ ਤੁਸੀਂ ਉੱਪਰ ਜਾਂਦੇ ਹੋਏ ਨੂੰ ਵੇਖਿਆ ਹੈ, ਉਹ ਉਸੇ ਤਰ੍ਹਾਂ ਹੀ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਆਕਾਸ਼ ਉੱਤੇ ਜਾਂਦਿਆਂ ਵੇਖਿਆ ਹੈ। ਅੱਜ ਅਸੀਂ ਇਸ ਉਡੀਕ ਵਿੱਚ ਹਾਂ। ਯਾਦ ਰੱਖੋ, मूसा ਇੱਕ ਛੁਟਕਾਰਾ ਦੇਣ ਵਾਲਾ ਸੀ, ਪਰ ਉਹ 2 ਦੇਸ਼ਾਂ ਤੱਕ ਹੀ ਇਸਰਾਇਲ ਨੂੰ ਮਿਸਰ ਵਿੱਚੋਂ ਕੱਢ ਕੇ ਕਨਾਨ ਤੱਕ ਹੀ ਲੈ ਕੇ ਆਇਆ। ਬਲਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਉਹ ਪਾਰ ਨਹੀਂ ਲੰਘ ਸਕਿਆ, ਉਹ ਜਰਦਨ ਤੋਂ ਪਾਰ ਨਹੀਂ ਲੰਘ ਸਕਿਆ, ਔਰ ਖੁਦਾ ਨੇ ਉਸ ਨੂੰ ਮਨਾ ਕਰ ਦਿੱਤਾ, ਤੂੰ ਇਸ ਪਰਜਾ ਨੂੰ ਪਾਰ ਲੈ ਕੇ ਨਹੀਂ ਜਾਵੇਂਗਾ। ਔਰ ਇਹ ਕਾਹਦੇ ਲਈ ਮਨਾ ਕੀਤਾ? ਕਿਉਂਕਿ मूसा ਕੋਲੋਂ ਇੱਕ ਗਲਤੀ ਹੋਈ ਹੈ। ਇਹ ਗਿਣਤੀ 20:8 ਵਿੱਚ ਹੋਈ ਹੈ, ਔਰ ਇਹਦਾ ਜ਼ਿਕਰ ਭਵਿਸ਼ਯਾਸਾਰ 3:23 ਵਿੱਚ ਕੀਤਾ ਹੋਇਆ ਹੈ। ਔਰ ਭਵਿਸ਼ਯਾਸਾਰ 3:23 ਪੜ੍ਹ ਕੇ ਅਸੀਂ ਦੁਆ ਕਰਾਂਗੇ, ਕਿਉਂਕਿ ਉੱਥੇ ਜ਼ਿਕਰ ਹੈ, ਗਿਣਤੀ 20:8 ਦਾ ਜ਼ਿਕਰ ਹੈ, ਔਰ ਉਹੀ ਇੱਕ ਭੁੱਲ ਸੀ ਜਿਹੜੀ ਹੋਈ। ਉਸ ਵੇਲੇ ਮੈਂ ਯਹੋਵਾ ਦੇ ਅੱਗੇ ਤਰਲੇ ਪਾ ਕੇ ਬੇਨਤੀ ਕੀਤੀ ਕਿ ਮੈਨੂੰ ਕਿ हे ਪ੍ਰਭੂ ਯਹੋਵਾ, ਤੂੰ ਆਪਣੇ ਦਾਸ ਉੱਤੇ ਆਪਣੀ ਸ਼ਕਤੀ ਦਾ ਹੱਥ ਪ੍ਰਗਟ ਕਰਨ ਲੱਗਾ ਹੈ, ਕਿਉਂ ਜੋ ਆਕਾਸ਼ ਵਿੱਚ ਅਤੇ ਧਰਤੀ ਉੱਤੇ ਕਿਹੜਾ ਦੇਵ ਹੈ ਜਿਹੜਾ ਤੇਰੇ ਜਿਹੇ ਕੰਮ ਕਰੇ ਅਤੇ ਤੇਰੇ ਜਿਹੇ ਸ਼ਕਤੀ ਵਾਲੇ ਕੰਮ ਕਰੇ। ਮੈਨੂੰ ਪਾਰ ਲੰਘਣ ਦੇ, 5 ਆਇਤ ਵਿੱਚ ਮੈਨੂੰ ਪਾਰ ਲੰਘਣ ਦੇ ਕਿ ਮੈਂ ਉਹ ਚੰਗੀ ਧਰਤੀ ਨੂੰ ਜਿਹੜੀ ਜਰਦਨ ਪਾਰ ਹੈ ਅਤੇ ਉਸ ਚੰਗੇ ਦੇਸ਼, ਪਹਾੜੀ ਦੇਸ਼ ਨੂੰ, ਲਬਾਨੋਨ ਨੂੰ ਵੇਖ ਸਕਾਂ। ਪਰ ਯਹੋਵਾ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਸੀ ਅਤੇ ਮੇਰੀ ਨਾ ਸੁਣੀ। ਯਹੋਵਾ ਨੇ ਮੈਨੂੰ ਆਖਿਆ, ਬਸ ਕਰ, ਫੇਰ ਮੇਰੇ ਨਾਲ ਇਹ ਗੱਲ ਕਦੀ ਨਾ ਛੇੜੀ। ਪਿਸਗਾ ਦੀ ਚੋਟੀ ਉੱਤੇ ਚੜ ਜਾ ਅਤੇ ਆਪਣੀਆਂ ਅੱਖਾਂ ਨਾਲ ਵੇਖ ਲੈ। ਇਹ ਪਿਸਗਾ ਦੀ ਚੋਟੀ ਕਿਹੜੀ ਹੈ? ਇਹ ਨਬੋ ਪਰਬਤ ਹੈ, ਔਰ ਉਥੋਂ ਡੈਡ ਸੀ ਤੋਂ ਪਾਰ ਉਹ ਦੇਸ਼ ਦਿਸਦਾ ਹੈ, ਜਿਹਦੀਆਂ ਮੈਂ ਤਸਵੀਰਾਂ ਖਿੱਚੀਆਂ। ਔਰ ਪਿਸਗਾ ਦੀ ਚੋਟੀ ਤੋਂ ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਆਓ ਜੇ ਕੋਈ ਭੁੱਲਾਂ ਹੋ ਗਈਆਂ ਤੇ ਰੋ ਕੇ ਮੰਨ ਲਈਏ ਖੁਦਾ ਦੇ ਅੱਗੇ, ਕਿਉਂਕਿ ਉਸ ਵੇਲੇ मूसा ਇੱਕ ਸ਼ਰਾ ਦੇ ਥੱਲੇ ਚੱਲ ਰਿਹਾ ਸੀ, ਇਸਰਾਇਲ ਸ਼ਰਾ ਦੇ ਥੱਲੇ ਚੱਲ ਰਿਹਾ ਸੀ। ਪਰ ਮੈਂ ਔਰ ਤੁਸੀਂ ਕਿਰਪਾ ਦੇ ਥੱਲੇ, ਜਿਹੜੀ ਯਿਸੂ ਮਸੀਹ ਤੋਂ ਸਾਨੂੰ ਮਿਲਦੀ ਹੈ, ਅਸੀਂ ਕਿਰਪਾ ਦੇ ਥੱਲੇ ਚੱਲ ਰਹੇ ਹਾਂ। मूसा ਦਾ ਦੂਸਰਾ ਟੌਪਿਕ ਪੂਰਾ ਹੋਇਆ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਆਓ ਅਸੀਂ ਦੁਆ ਕਰਾਂਗੇ। ਸਾਡੇ ਜੂੰਦੇ ਪ੍ਰਭੂ ਯਿਸੂ ਮਸੀਹ, तेरा बहुत बहुत धन्यवाद प्रभु, तू बड़ा मुबारक है प्यारे प्रभु जी। तेरे वादे मुबारक ने खुदावन यीशु मसीहा, तेरे वादे मुबारक ने प्रभु यीशु मसीह। तू बहुत बड़ी कृपा कर दे, तेरा शुक्र होवे, धन्यवाद होवे, रहम कर दे। सुन वाले बच्चों बच्चियां दे जीवन ते, भाइयों भैनों के जीवन ते किरपा करके दुआ यीशु मसीह के नाम विच मंगदे हां, आमीन।